ਇਹ ਸਭ ਤੋਂ ਪਹਿਲਾਂ ਤਾਂ ਮੈਂ ਆਡੀਓ ਬਾਰੇ ਜਾਣਨਾ ਚਾਹੂੰਗਾ। ਕਹਿੰਦੇ ਇਹ ਜਿਹੜੀ ਆਡੀਓ ਚੱਲ ਰਹੀ ਸੀ, ਇਹ ਕਿਸ ਮਾਮਲੇ 'ਚ ਤੁਹਾਡੀ ਗੱਲਬਾਤ ਹੋ ਰਹੀ ਸੀ, ਕਿਹੜੀ ਸੌਦੇਬਾਜ਼ੀ ਦੀ ਇਹ ਗੱਲ ਹੋ ਰਹੀ ਸੀ, ਇਸ ਬਾਰੇ ਪਹਿਲਾਂ ਤੁਸੀਂ ਜਾਣਕਾਰੀ ਦਿਓ। ਉਧਰੋਂ ਮੰਤਰੀ ਸਾਹਿਬ ਕਹਿੰਦੇ ਆ ਜੀ ਇਹੋ ਜਿਹੀ ਕੋਈ ਗੱਲਬਾਤ ਨਹੀਂ, ਕਹਿੰਦੇ ਸੰਤਰੀ ਗੱਲਬਾਤ ਚੱਲ ਰਹੀ ਸੀ, ਹੋਰ ਇਹਦੇ ਵਿੱਚ ਗਲਤ ਕੁਝ ਨਹੀਂ, ਪਰ ਉਹਦੇ ਵਿੱਚ ਸੌਦੇਬਾਜ਼ੀ ਦੀ ਗੱਲ ਚੱਲ ਰਹੀ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਤੁਸੀਂ ਮੰਤਰੀ ਸਾਹਿਬ ਦੇ ਨਾਲ ਕਿਹੜੀ ਸੌਦੇਬਾਜ਼ੀ ਦੀ ਗੱਲ ਕਰ ਰਹੇ ਸੀ, ਜਾਂ ਮੰਤਰੀ ਸਾਹਿਬ ਤੁਹਾਡੇ ਨਾਲ ਕਿਹੜੀ ਸੌਦੇਬਾਜ਼ੀ ਦੀ ਗੱਲ ਕਰ ਰਹੇ ਸੀ? ਪੈ ਜਾਣਾ ਤੇ ਆਪਣਾ ਸੌਦਾ ਸੁਦਾ ਕਰਾ ਦੋ। ਸੌਦਾ ਤਾਂ ਉਹਨਾਂ ਨੇ ਆਪੇ ਕਰ ਲੈਣਾ ਜੀ। ਜੇ ਆਪਾਂ ਸੌਦਾ ਕਰਨਾ ਹੈ ਤਾਂ ਉਹਨਾਂ ਨੇ ਉਸੇ ਵੇਲੇ ਕਹਿ ਦੇਣਾ। ਉਹ ਮੈਂ ਆਈਡੀਆ ਲੈ ਲੈਣਾ ਫਿਰ ਸ਼ਰਮੇ ਤੋਂ, ਜੇ ਆਪਾਂ ਫੜ ਲੈਂਦੇ ਹਾਂ ਛੱਡਣੀਆਂ ਹੋਣ ਤੇ ਕੀ ਦੇਣਗੇ। ਉਹੀ ਤਾਂ ਵਾਲਾ ਸੌਦਾ ਹੀ ਕਰਨਾ, ਹੋਰ ਆਪਣਾ ਆਪਾਂ ਜਦੋਂ ਫਿਰ ਤੁਸੀਂ ਫਿਰ ਚੁੱਪ ਹੀ ਰਹੋ। ਫਿਰ ਮੰਤਰੀ ਜੀ ਨਾਲ ਮੈਂ ਗੱਲਬਾਤ ਕੀਤੀ, ਪਹਿਲਾਂ ਕੋਲ ਬਹਿ ਕੇ ਡਿਸਕਸ ਕੀਤਾ ਕਿ ਇਸ ਤਰ੍ਹਾਂ ਆਪਣਾ ਨੁਕਸਾਨ ਹੋ ਰਿਹਾ ਹੈ, ਆਪਣੀ ਸਰਕਾਰ ਨੂੰ ਚੂਨਾ ਲਾ ਰਹੇ ਨੇ, ਇੰਸਪੈਕਟਰ ਚੂਨਾ ਲਾ ਰਹੇ ਨੇ। ਕਹਿੰਦੇ ਠੀਕ ਹੈ ਆਪਾਂ ਫੜਨੇ ਆ। ਤੁਸੀਂ ਧਿਆਨ ਨਾਲ ਸੁਣੋਗੇ ਤੇ ਉਹਦੇ ਵਿੱਚ ਮੈਂ ਕਿਹਾ ਸੀ ਵੀ ਆਪਾਂ ਪੁਲਿਸ ਨੂੰ ਫੜਵਾ ਦਈਏ ਤੇ ਆਪਾਂ ਸੱਦ ਕੇ ਜਿਹੜਾ ਨਿਬੇੜ ਦਈਏ, ਪੁਲਿਸ ਨੂੰ ਦੇ ਦਈਏ। ਤੁਸੀਂ ਮੁਨਸ਼ੀ ਦੀ ਗੱਲ ਕਰ ਰਹੇ ਹੋ, ਲੱਗ ਜਾਣਗੀਆਂ। ਪਰ ਉਹਦੇ ਵਿੱਚ ਕੀ ਸੀ, ਟਰੱਕ ਆਪਰੇਟਰਾਂ ਦੀਆਂ ਜਿਹੜੀਆਂ ਗੱਡੀਆਂ ਸੀ ਉਹ ਕਈ ਦਿਨਾਂ ਵਾਸਤੇ ਰੁਕ ਜਾਣੀਆਂ ਸੀ। ਤਾਂ ਉਹ ਤੁਹਾਨੂੰ ਪਤਾ ਹੀ, ਉਹ ਕਹਿੰਦੇ ਪੈਣੇ ਵੀ ਆਪਾਂ ਉਹ ਫੜਾਣੀਆਂ ਕਾਹਨੂੰ ਨੇ ਤੇ ਆਪਾਂ ਉਹ ਖਰਚਾ ਪਾਣੀ ਬਣਾਉਣਾ ਹੈ। ਇਹ ਆਡੀਓ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਵਾਇਰਲ ਕੀਤੀ, ਕੀ ਸੋਚ ਕੇ ਜਿਹੜੀ ਤੁਸੀਂ ਰਿਕਾਰਡਿੰਗ ਕੀਤੀ? ਕਿਉਂਕਿ ਉਹਦੇ ਵਿੱਚ ਤੁਸੀਂ ਵੀ ਤਾਂ ਇਹ ਗੱਲ ਕਹਿ ਰਹੇ ਸੀ ਕਿ ਜੇ ਸੌਦੇਬਾਜ਼ੀ ਕਰਨੀ ਆ ਫਿਰ ਤੁਸੀਂ ਕਾਹਨੂੰ ਜਾਣਾ। ਤੁਸੀਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ ਜਿਹੜੀ ਤੁਸੀਂ ਆਡੀਓ ਵਾਇਰਲ ਕਰਨ ਤੋਂ ਪਹਿਲਾਂ ਇਹਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਸੀਂ ਹਾਈ ਕਮਾਨ ਨੂੰ ਆਪਣੀ ਨੂੰ, ਜਾਂ ਫਿਰ ਤੁਸੀਂ ਪਾਰਟੀ ਪੱਧਰ ਦੇ ਉੱਪਰ ਰੱਖੀ ਹੋਵੇ, ਜਾਂ ਫਿਰ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਰਾਂ ਨੇ ਨੰਬਰ ਜਾਰੀ ਕੀਤਾ ਸੀਗਾ ਕਰਪਸ਼ਨ ਦੇ ਬਾਰੇ, ਉਹਦੇ ਤੇ ਤੁਸੀਂ ਕੀਤੀ ਇਹ ਗੱਲਬਾਤ? ਬਿਲਕੁਲ ਜੀ, ਐਂਟੀ ਕਰਪਸ਼ਨ ਤੇ ਮੈਂ ਪਾ ਦਿੱਤੀ ਸੀ। ਜਿਹੜੀ ਤੁਸੀਂ ਐਂਟੀ ਕਰਪਸ਼ਨ ਨੰਬਰ ਦੇ ਉੱਪਰ ਤੁਸੀਂ ਇਹ ਜਿਹੜੀ ਆਡੀਓ ਆਪਣੀ ਪਾ ਦਿੱਤੀ ਮੰਤਰੀ ਦੇ ਖਿਲਾਫ, ਉਹ ਤੋਂ ਫਿਰ ਤੁਹਾਨੂੰ ਕੀ ਰਿਸਪੌਂਸ ਆਇਆ? ਕਿ ਉਹਨਾਂ ਨੇ ਉਹਦੇ ਤੇ ਕੋਈ ਕਾਰਵਾਈ ਕੀਤੀ ਐਂਟੀ ਕਰਪਸ਼ਨ ਨੰਬਰ ਨੇ? ਨਹੀਂ, ਅਜੇ ਤੱਕ ਤਾਂ ਨਹੀਂ। ਤੇ ਉਹ ਜਿਹੜੇ ਦਿਨ ਹੋ ਗਏ ਉਹ ਤੁਹਾਨੂੰ ਉਸ ਤੋਂ ਬਾਅਦ ਕੋਈ ਪਾਰਟੀ ਪੱਧਰ ਤੇ ਕੋਈ ਜ਼ਿਲ੍ਹਾ ਪ੍ਰਧਾਨ, ਕੋਈ ਸੂਬਾ ਪ੍ਰਧਾਨ, ਕੋਈ ਮੁੱਖ ਮੰਤਰੀ, ਕੋਈ ਬਾਕੀ ਮੰਤਰੀ, ਸਾਰਿਆਂ ਨੂੰ ਮੈਂ ਆਡੀਓ ਸਭ ਨੂੰ ਭੇਜੀ, ਕਿਸੇ ਨਾਲ ਗੱਲਬਾਤ ਹੋਈ ਹੋਵੇ? ਇੱਕ ਮੈਂ ਹੋਰ ਗੱਲ ਜਾਣਨਾ ਚਾਹੂੰਗਾ। ਤੁਸੀਂ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਸੀਗੀ, ਤੁਸੀਂ ਤਾਂ ਫਿਰ ਕਰੀਬੀ ਸੀ, ਤੁਹਾਨੂੰ ਮੰਤਰੀ ਸਾਹਿਬ ਦੇ ਵੱਲੋਂ ਫਸਾਉਣ ਦੀ ਕੋਸ਼ਿਸ਼ ਕਿਉਂ? ਜਦੋਂ ਕੋਈ ਬੰਦਾ ਇਮਾਨਦਾਰ ਹੋਵੇ ਤੇ ਪਤਾ ਹੋਵੇ ਵੀ ਇਹਦੇ ਤੋਂ ਮੈਨੂੰ ਖਤਰਾ ਹੈ, ਤੇ ਲਗਾਤਾਰ ਮੈਂ ਨਿਗਾਹ ਰੱਖ ਰਿਹਾ ਸੀ, ਉਹਨਾਂ ਨੂੰ ਸ਼ੱਕ ਸੀ ਕਿ ਸਾਡੇ ਤੇ ਧਿਆਨ ਰੱਖਦਾ ਹੈ। ਦਫ਼ਤਰ ਦੇ ਵਿੱਚ ਮੈਂ ਜਾਂਦਾ ਸੀ, ਦਫ਼ਤਰ 'ਚ ਹਾਜ਼ਰੀ ਲਾਉਂਦਾ ਸੀ, ਉਹਨਾਂ ਦੀ ਬੇਟੀ ਉੱਥੇ ਬੈਠਦੀ ਹੈ ਦਫ਼ਤਰ ਦੇ ਵਿੱਚ, ਫੌਜਾ ਸਿੰਘ ਸਰਾਰੀ ਜੀ। ਅੱਛਾ, ਜਿਨ੍ਹਾਂ ਕੋਲੇ ਕੋਈ ਸੰਵਿਧਾਨਕ ਅਹੁਦਾ ਨਹੀਂ, ਜਿਨ੍ਹਾਂ ਨੂੰ 5 ਗਨਮੈਨ ਦਿੱਤੇ ਹੋਏ ਨੇ, ਜਿਹੜੇ ਸਾਡੇ ਅਸੀਂ ਜਦੋਂ ਪਿੰਡਾਂ ਦੇ ਪਰ ਭਗਵੰਤ ਮਾਨ ਜੀ ਨੇ ਤਾਂ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੇ ਕਾਸੇ ਤੋਂ ਦੂਰ ਰੱਖਣਾ। ਤਾਂ ਫਿਰ ਗਨਮੈਨ ਦਿੱਤੇ ਹੋਏ ਨੇ ਨਾ ਜੀ। ਅੱਛਾ, ਐਸਐਸਪੀ, ਡੀਐਸਪੀ, ਆਈਜੀ, ਕਮਿਸ਼ਨਰ, ਸਾਰਿਆਂ ਨੂੰ ਫੋਨ ਕਰਕੇ ਹੈਂਡਲ ਕਰ ਦਈਏ। ਹੁਣ ਤੁਹਾਡੇ ਕੋਲੇ ਆਡੀਓ ਤੋਂ ਇਲਾਵਾ ਕੋਈ ਸਬੂਤ ਹੈ? ਹਾਂ ਬਿਲਕੁਲ। ਕੀ ਸਬੂਤ ਹੈ ਕਿ ਤੁਹਾਡੇ ਕੋਲ? ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦੀ ਅੱਜ ਸਪੈਸ਼ਲ ਇੰਟਰਵਿਊ ਤੁਸੀਂ ਦੇਖੋਗੇ। ਕੁਝ ਦੇਰ ਪਹਿਲਾਂ ਅਸੀਂ ਸਾਡੇ ਪ੍ਰੋਗਰਾਮ ਲੁਕਮਾ ਸੱਚ ਦੇ ਵਿੱਚ ਜਿਹੜੇ ਮੰਤਰੀ ਆਮ ਆਦਮੀ ਪਾਰਟੀ ਦੇ ਫੌਜਾ ਸਿੰਘ ਸਰਾਰੀ, ਉਹਨਾਂ ਦੀ ਇੱਕ ਆਡੀਓ ਜਿਹੜੀ ਵਾਇਰਲ ਹੋਈ, ਅਸੀਂ ਤੁਹਾਨੂੰ ਸੁਣਾਈ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਉਹ ਸੌਦੇਬਾਜ਼ੀ ਕਰਦੇ ਹੋਏ ਜਿਹੜੇ ਆ ਉਹ ਦਿਖਾਈ ਦੇ ਰਹੇ ਸੀ, ਸੌਦੇਬਾਜ਼ੀ ਦੀ ਗੱਲਬਾਤ ਕਰਦੇ ਦਿਖਾਈ ਦੇ ਰਹੇ ਸੀ। ਜਿਹੜੇ ਉਹਨਾਂ ਦੇ ਕਰੀਬੀ ਤਰਸੇਮ ਲਾਲ ਕਪੂਰ ਜੀ ਦੇ ਨਾਲ ਗੱਲਬਾਤ ਉਹਨਾਂ ਦੀ ਹੋ ਰਹੀ ਸੀ। ਮੇਰੇ ਨਾਲ ਇਸ ਵਕਤ ਤਰਸੇਮ ਲਾਲ ਕਪੂਰ ਜੀ ਜੁੜੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਕਿਸ ਮਾਮਲੇ 'ਚ ਗੱਲਬਾਤ ਤੁਹਾਡੀ ਜਿਹੜੀ ਆ ਉਹ ਪੂਰੀ ਚੱਲ ਰਹੀ ਸੀ, ਪੂਰੀ ਸੌਦੇਬਾਜ਼ੀ ਜਿਹੜੀ ਆ ਉਹ ਕੀ ਸੌਦੇਬਾਜ਼ੀ ਦੀ ਜਿਹੜੀ ਆ ਉਹ ਗੱਲ ਹੋ ਰਹੀ ਸੀ, ਤੇ ਮੰਤਰੀ ਸਾਹਿਬ ਇਹਦੇ ਇਸ ਤਰੀਕੇ ਨਾਲ ਕਰਨਾ ਕਿਉਂ ਚਾਹੁੰਦੇ ਸੀ, ਅਸਲੀਅਤ ਇਸ ਮਾਮਲੇ ਦੀ ਕੀ ਆ, ਪੂਰੇ ਮਾਮਲੇ ਦੀ ਜਿਹੜੀ ਅਸਲੀਅਤ ਅਸੀਂ ਜਾਣਾਂਗੇ। ਤਾਂ ਮੇਰੇ ਨਾਲ ਤਰਸੇਮ ਲਾਲ ਕਪੂਰ ਜੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ। ਸਰ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ।
ਸਾਰੇ ਵੇਖਣ ਵਾਲੇ ਤੁਹਾਡੇ ਸਰੋਤਿਆਂ ਨੂੰ, ਭਰਾਵਾਂ ਨੂੰ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਤਰਸੇਮ ਜੀ, ਪਹਿਲਾਂ ਤਾਂ ਤੁਸੀਂ ਇਹ ਦੱਸ ਦਿਓ ਕਿ ਤੁਸੀਂ ਉਹਨਾਂ ਦੇ OSD ਸੀ, ਤੁਸੀਂ ਉਹਨਾਂ ਦੇ PA ਸੀ, ਉਹਨਾਂ ਦੇ ਰਿਸ਼ਤੇਦਾਰ ਸੀ, ਉਹਨਾਂ ਦੇ ਦੋਸਤ ਸੀ ਜਾਂ ਕਰੀਬੀ ਸੀ ਮੰਤਰੀ ਫੌਜਾ ਸਿੰਘ ਸਰਾਰੀ ਦੇ? ਆਪਾਂ ਅੱਗੇ ਫੇਰ ਗੱਲ ਸ਼ੁਰੂ ਕਰਦੇ ਹਾਂ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦਾ, ਜਦੋਂ ਅਸੀਂ 17 ਹਾਰੇ ਸੀ ਤੇ ਉਸ ਤੋਂ ਬਾਅਦ ਸਾਨੂੰ ਜਿੱਤਣ ਦਾ ਜਨੂਨ ਸੀ, ਖਾਸ ਕਰਕੇ ਗੁਰੂ ਹਰਸਾਏ ਸੀਟ ਦਾ, ਤਾਂ ਅਸੀਂ ਲਗਾਤਾਰ ਕੈਂਡੀਡੇਟਾਂ ਦੀ ਤਲਾਸ਼ ਕਰਦੇ ਸੀ ਤੇ ਨਿਰਾਸ਼ਾ ਬਹੁਤ ਸੀ। ਸਾਨੂੰ ਲੱਗਦਾ ਸੀ ਯਾਰ ਅਸੀਂ ਜਿੱਤ ਨਹੀਂ ਸਕਦੇ, ਤਾਂ ਅਸੀਂ ਵਾਰੀ-ਵਾਰੀ ਕੈਂਡੀਡੇਟ ਲਿਆਂਦੇ, ਉਹਨਾਂ ਨਾਲ ਵਰਕ ਕੀਤਾ। ਸਾਨੂੰ ਲੱਗਾ ਨਹੀਂ, ਇਹ ਨਹੀਂ ਜਿੱਤ ਸਕਦਾ, ਇਹਦੇ 'ਚ ਆਹ ਕਮੀ ਹੈ, ਇਹਦੇ 'ਚ ਆਹ ਕਮੀ ਹੈ, ਇਹਦੇ 'ਚ ਆਹ ਕਮੀ ਹੈ। ਪਰ ਲਗਾਤਾਰ ਤਲਾਸ਼ ਜਾਰੀ ਰਹੀ। ਪਾਰਟੀ ਦੇ ਵਿੱਚ ਵੀ ਸਾਡੀ ਦੁਸ਼ਮਣੀ ਤੇ ਪਾਰਟੀ ਦੇ ਬਾਹਰ ਵੀ ਸਾਡੀ ਦੁਸ਼ਮਣੀ, ਕਿਉਂਕਿ ਪਾਰਟੀ ਦੇ ਵਿੱਚ ਤਾਂ ਜਿੰਦੇ ਨਾਲ ਵਰਕ ਕਰਦੇ ਸੀ ਤੇ ਜਦੋਂ ਉਹਨੂੰ ਛੱਡ ਤੁਹਾਡੀ ਗੱਲ ਠੀਕ ਹੈ, ਉਹ ਤੁਹਾਡੀ ਗੱਲ ਠੀਕ ਹੈ, ਉਸ ਵਾਲੇ ਆਪਾਂ ਪਾਸੇ ਬਾਅਦ ਚ ਆਉਂਦੇ ਹਾਂ। ਬਸ ਸਿਰਫ ਮੈਂ ਇੰਨਾ ਜਾਣਨਾ ਚਾਹੁੰਦਾ ਕਿ ਤੁਹਾਡਾ ਇਹਨਾਂ ਨਾਲ ਨੇੜਤਾ ਕਿਸ ਤਰੀਕੇ ਨਾਲ ਸੀਗੀ, ਦੋਸਤ ਮਿੱਤਰ ਸੱਜਣ ਜਾਂ ਕਿੱਦਾਂ? ਫੇਸਬੁੱਕ ਤੋਂ ਅਸੀਂ ਜੁੜੇ ਸੀ। ਅੱਛਾ। ਫੇਸਬੁੱਕ ਤੋਂ ਗੱਲਬਾਤ ਇਹਨਾਂ ਦੀ ਜਿਹੜੇ ਲਿਖਦੇ ਸੀ ਤੇ ਸਾਨੂੰ ਗੱਲਬਾਤ ਬਹੁਤ ਵਧੀਆ ਲੱਗੀ। ਸਾਨੂੰ ਲੱਗਾ ਜਦੋਂ ਸਾਡੀ ਸ਼ਾਇਦ ਤਲਾਸ਼ ਜੀ 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 ਤਾਂ ਫਿਰ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ, ਇੱਥੇ ਲਿਆਂਦਾ, ਕੋਵਿਡ ਦੇ ਟਾਈਮ 'ਚ ਜੁਆਇਨ ਕਰਵਾਇਆ ਗੁਰਦੁਆਰਾ ਸਾਹਿਬ 'ਚ ਇੱਕ ਵਲੰਟੀਅਰ ਆਮ ਜਨਤਾ ਦੇ ਵਿੱਚ। ਹੁਣ ਤੁਸੀਂ ਐਜ਼ ਅ PA ਚੱਲ ਰਹੇ ਸੀ, ਐਜ਼ ਅ OSD ਚੱਲ ਰਹੇ ਸੀ ਜਾਂ ਕਿੱਦਾਂ? ਨਹੀਂ, ਮੈਂ OSD ਨਹੀਂ ਹੈ ਵੀਰ ਜੀ। ਮੈਂ ਕਦੇ ਵੀ ਕਿਸੇ ਵੀ ਨੂੰ OSD ਨਹੀਂ ਕਿਹਾ ਜਦ ਤੱਕ ਮੈਨੂੰ ਲੀਗਲੀ ਤੌਰ ਤੇ ਨਹੀਂ OSD ਲਾ ਰਹੇ। ਵੈਸੇ ਤੁਸੀਂ ਮੈਂ ਕਰੀਬੀ ਸੀ? ਕਰੀਬੀ ਸੀ। ਕਰੀਬੀ ਸੀ, ਚਲੋ ਇਹ ਗੱਲ ਕਲੀਅਰ ਹੋ ਗਈ। ਮੈਂ ਇਹੀ ਗੱਲ ਕਲੀਅਰ ਕਰਨੀ ਚਾਹੁੰਦਾ ਸੀ ਕਿ ਤੁਸੀਂ ਕਰੀਬੀ ਸੀ, ਕਿਉਂਕਿ ਫੇਸਬੁੱਕ ਤੋਂ ਜੁੜ ਕੇ ਇਹਨਾਂ ਨੂੰ ਲਿਆਉਣ ਵਾਲਾ, ਪਾਰਟੀ ਜੁਆਇਨ ਕਰਵਾਉਣ ਵਾਲਾ ਤੇ ਲਗਾਤਾਰ ਇਹਨਾਂ ਨਾਲ ਵਰਕ ਕਰਨ ਵਾਲਾ ਬੰਦਾ ਮੈਂ ਹੀ ਸੀ। ਅੱਛਾ, ਤੁਸੀਂ ਯਾਨੀ ਪਹਿਲਾਂ ਦੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਨਾਲ ਹੈਗੇ ਆ। ਚਲੋ ਠੀਕ ਹੈ, ਮੈਂ ਇਹੀ ਕਨਫਰਮ ਕਰਨਾ ਚਾਹੁੰਦਾ ਤੁਸੀਂ ਕਰੀਬੀ ਹੋ। ਇਹ ਸਭ ਤੋਂ ਪਹਿਲਾਂ ਤਾਂ ਮੈਂ ਆਡੀਓ ਬਾਰੇ ਜਾਣਨਾ ਚਾਹੂੰਗਾ। ਕਹਿੰਦੇ ਇਹ ਜਿਹੜੀ ਆਡੀਓ ਚੱਲ ਰਹੀ ਸੀ, ਇਹ ਕਿਸ ਮਾਮਲੇ 'ਚ ਤੁਹਾਡੀ ਗੱਲਬਾਤ ਹੋ ਰਹੀ ਸੀ? ਕਿਹੜੀ ਸੌਦੇਬਾਜ਼ੀ ਦੀ ਇਹ ਗੱਲ ਹੋ ਰਹੀ ਸੀ? ਇਸ ਬਾਰੇ ਪਹਿਲਾਂ ਤੁਸੀਂ ਜਾਣਕਾਰੀ ਦਿਓ। ਉਧਰੋਂ ਮੰਤਰੀ ਸਾਹਿਬ ਕਹਿੰਦੇ ਆ ਜੀ ਇਹੋ ਜਿਹੀ ਕੋਈ ਗੱਲਬਾਤ ਨਹੀਂ, ਕਹਿੰਦੇ ਸਰਸਰੀ ਗੱਲਬਾਤ ਚੱਲ ਰਹੀ ਸੀ, ਹੋਰ ਇਹਦੇ ਵਿੱਚ ਗਲਤ ਕੁਝ ਨਹੀਂ, ਪਰ ਉਹਦੇ ਵਿੱਚ ਸੌਦੇਬਾਜ਼ੀ ਦੀ ਗੱਲ ਚੱਲ ਰਹੀ ਹੈ। ਤੁਸੀਂ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਤੁਸੀਂ ਮੰਤਰੀ ਸਾਹਿਬ ਦੇ ਨਾਲ ਕਿਹੜੀ ਸੌਦੇਬਾਜ਼ੀ ਦੀ ਗੱਲ ਕਰ ਰਹੇ ਸੀ, ਜਾਂ ਮੰਤਰੀ ਸਾਹਿਬ ਤੁਹਾਡੇ ਨਾਲ ਕਿਹੜੀ ਸੌਦੇਬਾਜ਼ੀ ਦੀ ਗੱਲ ਕਰ ਰਹੇ ਸੀ? ਤੁਹਾਨੂੰ ਪਤਾ ਹੈ ਗੁਰੂ ਹਰਸਾਏ ਦੇ ਵਿੱਚ ਇੱਕ ਗਡਾਊਨਾਂ ਦੇ ਵਿੱਚੋਂ ਕਣਕ ਦਾ ਘੁਟਾਲਾ ਹੋਇਆ ਸੀ, ਤਾਂ ਉਹਦੇ ਵਿੱਚ ਇੰਸਪੈਕਟਰ ਬੁਰੀ ਤਰ੍ਹਾਂ ਇਨਵੋਲਵ ਸੀ। ਉਹ ਰਾਤ ਨੂੰ ਕਣਕ ਚੋਰੀ ਕਰਦੇ ਸੀ ਬਿਨਾ ਉਹ DO, ਮੈਨੂੰ ਯਾਦ ਭੁੱਲ ਗਿਆ ਕੀ ਲੱਗਦਾ, ਲੈਟਰ ਕੋਈ ਲੱਗਦਾ ਹੈ, ਜੇਕਰ ਉਹ ਜਾਵੇ ਲੀਗਲੀ ਤਰੀਕੇ ਨਾਲ ਤਾਂ ਉਹ 10 ਦਿਨ ਪਹਿਲਾਂ ਲੱਗਦਾ, 15 ਦਿਨ ਪਹਿਲਾਂ ਇਸ਼ੂ ਹੁੰਦਾ ਹੈ, ਪਰ ਉਹ ਚੋਰੀ ਵੇਚਦੇ ਸੀ। ਉਹਦੀ ਕੋਈ ਜਾਣਕਾਰੀ ਸਾਨੂੰ ਕਿਸੇ ਮੁਖਬਰ ਕਹਿ ਲਓ, ਕੋਈ ਮੁਲਾਜ਼ਮ ਕਹਿ ਲਓ, ਉਹਦੇ ਤੋਂ ਆਈ ਸੀ ਤੇ ਮੰਤਰੀ ਜੀ ਨਾਲ ਮੈਂ ਗੱਲਬਾਤ ਕੀਤੀ। ਪਹਿਲਾਂ ਕੋਲ ਬਹਿ ਕੇ ਡਿਸਕਸ ਕੀਤਾ ਵੀ ਇਸ ਤਰ੍ਹਾਂ ਆਪਣਾ ਨੁਕਸਾਨ ਹੋ ਰਿਹਾ ਹੈ, ਆਪਣੀ ਸਰਕਾਰ ਨੂੰ ਚੂਨਾ ਲਾ ਰਹੇ ਨੇ, ਇੰਸਪੈਕਟਰ ਚੂਨਾ ਲਾ ਰਹੇ ਨੇ। ਕਹਿੰਦੇ ਠੀਕ ਹੈ, ਆਪਾਂ ਫੜਨੇ ਆ। ਚਲੋ ਅਸੀਂ ਉਹ ਜਿਹੜੀ ਕਾਰਵਾਈ ਸੀ ਅੱਗੇ ਸ਼ੁਰੂ ਕਰ ਦਿੱਤੀ। ਜਦੋਂ ਕਰ ਦਿੱਤੀ ਤਾਂ ਜਦੋਂ ਫੋਨ ਤੇ ਗੱਲਬਾਤ ਹੁੰਦੀ ਪਈ ਸੀ ਤੇ ਤੁਸੀਂ ਧਿਆਨ ਨਾਲ ਸੁਣੋਗੇ ਤੇ ਉਹਦੇ ਵਿੱਚ ਮੈਂ ਕਿਹਾ ਸੀ ਵੀ ਆਪਾਂ ਪੁਲਿਸ ਨੂੰ ਫੜਵਾ ਦਈਏ ਤੇ ਆਪਾਂ ਸੱਦ ਕੇ ਜਿਹੜਾ ਨਿਬੇੜ ਦਈਏ, ਪੁਲਿਸ ਨੂੰ ਦੇ ਦਈਏ। ਤੁਸੀਂ ਮੁਨਸ਼ੀ ਦੀ ਗੱਲ ਕਰ ਰਹੇ ਸੀ? ਲੱਗ ਜਾਣਗੀਆਂ। ਪਰ ਉਹਦੇ ਵਿੱਚ ਕੀ ਸੀ, ਟਰੱਕ ਆਪਰੇਟਰਾਂ ਦੀਆਂ ਜਿਹੜੀਆਂ ਗੱਡੀਆਂ ਸੀ ਉਹ ਕਈ ਦਿਨਾਂ ਵਾਸਤੇ ਰੁਕ ਜਾਣੀਆਂ ਸੀ। ਤਾਂ ਉਹ ਤੁਹਾਨੂੰ ਪਤਾ ਹੀ, ਉਹ ਕਹਿੰਦੇ ਪੈਣੇ ਵੀ ਆਪਾਂ ਉਹ ਫੜਾਣੀਆਂ ਕਾਹਨੂੰ ਨੇ ਤੇ ਆਪਾਂ ਉਹ ਖਰਚਾ ਪਾਣੀ ਬਣਾਉਣਾ ਹੈ, ਸੌਦੇਬਾਜ਼ੀ ਕਰਨੀ ਹੈ ਜੀ। ਉਹਦੇ ਵਿੱਚ ਯਾਨੀ ਉਹ ਇਸ ਪੂਰੇ ਮਾਮਲੇ ਦੇ ਵਿੱਚ ਮਾਮਲੇ ਨੂੰ ਰਫਾ ਦਫਾ ਫੜਨ ਦੀ ਬਜਾਏ ਰਫਾ ਦਫਾ ਕਰਨ ਦੀ ਗੱਲ ਕਰ ਰਹੇ ਸੀ ਮੰਤਰੀ ਸਾਹਿਬ, ਤੁਹਾਡੇ ਕਹਿਣ ਦਾ ਭਾਵ? ਬਿਲਕੁਲ। ਤੁਸੀਂ ਧਿਆਨ ਨਾਲ ਆਡੀਓ ਨੂੰ ਸੁਣੋਗੇ ਤੇ ਉਹਦੇ ਵਿੱਚ ਮੈਂ ਸਾਫ਼ ਸ਼ਬਦਾਂ 'ਚ ਕਿਹਾ ਹੈ ਵੀ ਆਪਾਂ ਇਹਨਾਂ ਨੂੰ ਫੜਾਣਾ ਹੈ, ਦੇਖ ਲਿਓ ਜੀ। ਪਰ ਤੁਸੀਂ ਉਹਦੇ ਵਿੱਚ ਬਾਅਦ ਹੀ ਮੇਰਾ ਜਿਹੜਾ ਤੁਸੀਂ ਬਾਅਦ ਹੀ ਮੇਰਾ ਜਿਹੜਾ ਆਪਰੇਸ਼ਨ ਹੈ ਸ਼ੁਰੂ ਹੋਇਆ,
ਬਿਲਕੁਲ। ਇਹ ਆਡੀਓ ਫਿਰ ਤੁਸੀਂ ਕਿਸ ਤਰੀਕੇ ਦੇ ਨਾਲ ਵਾਇਰਲ ਕੀਤੀ, ਕੀ ਸੋਚ ਕੇ ਜਿਹੜੀ ਤੁਸੀਂ ਰਿਕਾਰਡਿੰਗ ਕੀਤੀ? ਕਿਉਂਕਿ ਉਹਦੇ ਵਿੱਚ ਤੁਸੀਂ ਵੀ ਤਾਂ ਇਹ ਗੱਲ ਕਹਿ ਰਹੇ ਸੀ ਕਿ ਜੇ ਸੌਦੇਬਾਜ਼ੀ ਕਰਨੀ ਆ ਫਿਰ ਤੁਸੀਂ ਕਾਹਨੂੰ ਜਾਣਾ, ਫਿਰ ਮੈਂ ਚਲੇ ਜਾਊਂਗਾ। ਤੁਸੀਂ ਸਮਝਦੇ ਨਹੀਂ। ਕਿਸੇ ਨੂੰ ਵਿਸ਼ਵਾਸ 'ਚ ਤੁਸੀਂ ਲੈਣਾ ਤੇ ਕਿਵੇਂ ਲਾਓਗੇ? ਤੁਸੀਂ ਸਿਆਣੇ ਬਿਆਣੇ ਪੱਤਰਕਾਰ ਜੇ, ਪੜ੍ਹੇ ਲਿਖੇ ਜੇ, ਮੈਂ ਤਾਂ ਅਨਪੜ੍ਹ ਹਾਂ। ਬਿਲਕੁਲ। ਤੇ ਤੁਸੀਂ ਫਿਰ ਇਹ ਰਿਕਾਰਡਿੰਗ ਕਰ ਲਈ। ਉਹ ਮੰਤਰੀ ਸਾਹਿਬ ਕਹਿੰਦੇ ਕਿ ਮੇਰੇ ਨਾਲ ਇਹ ਸਾਜ਼ਿਸ਼ ਕਰ ਰਹੇ ਆ, ਕਹਿੰਦੇ ਇਹਨਾਂ ਦਾ ਜਿਹੜਾ ਭਤੀਜਾ ਉਹ ਹੂਟਰ ਲਾ ਕੇ ਗੱਡੀ ਤੇ ਕਈ ਦਿਨਾਂ ਤੋਂ ਘੁੰਮ ਰਿਹਾ ਸੀਗਾ, ਜਿਹੜੀ ਹੈ ਝੰਡੀ ਲਾ ਕੇ ਘੁੰਮ ਰਿਹਾ ਸੀ, ਜਿਹੜੇ ਕਿ ਕਾਨੂੰਨ ਦੇ ਮੁਤਾਬਕ ਨਹੀਂ ਲਾ ਸਕਦੇ। ਕਹਿੰਦੇ ਮੈਂ ਇਹਨਾਂ ਨੂੰ ਰੋਕਦਾ ਸੀ ਕਿ ਤੁਸੀਂ ਇਦਾਂ ਨਾ ਕਰੋ, ਲੋਕ ਕਹਿੰਦੇ ਪਰੇਸ਼ਾਨ ਸੀ ਤੇ ਉਹਦੇ ਤੇ ਕਹਿੰਦੇ ਕੱਲ ਪਰਚਾ ਦਰਜ ਹੋ ਗਿਆ, ਜਿਹਦੇ ਕਰਕੇ ਤਰਸੇਮ ਲਾਲ ਜੀ ਮੇਰੇ ਤੇ ਇਸ ਤਰੀਕੇ ਦੇ ਇਲਜ਼ਾਮ ਲਾ ਰਹੇ ਆ, ਇਹ ਮੇਰੀ ਆਡੀਓ ਵਾਇਰਲ ਕਰ ਰਹੇ ਆ। ਕਹਿੰਦੇ ਇਹੋ ਜਿਹੀ ਕੋਈ ਗੱਲ ਨਹੀਂ, ਉਹ ਇਹ ਕਹਿ ਰਹੇ ਨੇ। ਚਲੋ ਕੋਈ ਗੱਲ ਨਹੀਂ, ਜਿਹੜੀ ਆਡੀਓ ਵਾਇਰਲ ਹੋਈ ਹੈ ਪਹਿਲਾਂ ਤਾਂ ਉਹਦੀ ਜਾਂਚ ਹੋ ਜਾਵੇ, ਜਿਹੜੇ ਮਰਜ਼ੀ ਲੈਬ 'ਚ ਹੋ ਜਾਵੇ। ਜਿਵੇਂ ਉਹ ਕਹਿੰਦੇ ਪੈਣੇ ਵੀ ਉਹ ਕੱਟ ਕੇ ਪੇਸ਼ ਕੀਤੀ ਜਾਂ ਡੁਪਲੀਕੇਟ ਤਿਆਰ ਕੀਤੀ, ਉਹਦੀ ਜਾਂਚ ਹੋ ਜਾਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਨਹੀਂ, ਇਹ ਤਾਂ ਗੱਲ ਜਿੱਥੋਂ ਤੱਕ ਮੈਂ ਉਹਨਾਂ ਦੀ ਆਡੀਓ ਸੁਣੀ ਆ ਨਾ ਜੀ, ਜਿੱਥੋਂ ਤੱਕ ਮੈਂ ਉਹਨਾਂ ਦੀ ਇੱਕ ਚੈਨਲ ਦੇ ਉੱਪਰ ਗੱਲਬਾਤ ਸੁਣੀ ਆ, ਉਹ ਗੋਲਮੋਲ ਤਰੀਕੇ ਨਾਲ ਜਵਾਬ ਦਿੱਤਾ। ਉਹਨਾਂ ਨੇ ਸਿੱਧੇ ਤੌਰ ਤੇ ਤਾਂ ਜਵਾਬ ਨਹੀਂ ਦੇ ਸਕੇ, ਜਾਂ ਮੇਰੀ ਉਹ ਆਡੀਓ ਨਹੀਂ ਜਾਂ ਗੱਲਬਾਤ ਕੀ ਹੋ ਰਹੀ ਹੈ ਉਹ ਸਿੱਧੇ ਤੌਰ ਤੇ ਜਵਾਬ ਨਹੀਂ ਦੇ ਸਕੇ। ਅਸੀਂ ਵੀ ਮੰਤਰੀ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਬੰਦ ਆ ਰਿਹਾ ਹੈ। ਤਾਂ ਤੁਸੀਂ ਇਸ ਪੂਰੇ ਮਾਮਲੇ ਦੀ ਜਿਹੜੀ ਜਾਣਕਾਰੀ, ਜਿਹੜੀ ਤੁਸੀਂ ਆਡੀਓ ਵਾਇਰਲ ਕਰਨ ਤੋਂ ਪਹਿਲਾਂ ਇਹਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਸੀਂ ਹਾਈ ਕਮਾਨ ਨੂੰ ਆਪਣੀ ਨੂੰ, ਜਾਂ ਫਿਰ ਤੁਸੀਂ ਪਾਰਟੀ ਪੱਧਰ ਦੇ ਉੱਪਰ ਰੱਖੀ ਹੋਵੇ, ਜਾਂ ਫਿਰ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਰਾਂ ਨੇ ਨੰਬਰ ਜਾਰੀ ਕੀਤਾ ਸੀਗਾ ਕਰਪਸ਼ਨ ਦੇ ਬਾਰੇ, ਉਹਦੇ ਤੇ ਤੁਸੀਂ ਕੀਤੀ ਇਹ ਗੱਲਬਾਤ? ਬਿਲਕੁਲ ਜੀ, ਐਂਟੀ ਕਰਪਸ਼ਨ ਤੇ ਮੈਂ ਪਾ ਦਿੱਤੀ ਸੀ। ਅੱਛਾ। ਕਿਉਂਕਿ ਫਸਾਣ ਦਾ ਜਿਹੜਾ ਸ਼ਰਯੰਤਰ ਸੀਗਾ, ਅੱਛਾ, ਉਹ ਮੈਨੂੰ ਫਸਾਉਣ ਵਾਸਤੇ ਸੀ। ਕਿਉਂਕਿ ਲਗਾਤਾਰ ਮੈਨੂੰ ਕਹਿੰਦੇ ਸੀ ਵੀ ਤੁਸੀਂ ਆਪਣੇ ਆਪ ਨੂੰ OSD ਕਹੋ, ਤੇ ਮੇਰਾ ਮੰਨਣਾ ਇਹ ਸੀ ਵੀ ਇਹ ਮੈਨੂੰ ਟ੍ਰੈਪਿੰਗ ਕਰਨ ਵਾਸਤੇ ਇਹ ਕੰਮ ਕਰ ਰਹੇ ਨੇ। ਕਦੇ ਕਹਿੰਦੇ ਸੀ ਤੁਸੀਂ ਜਾ ਕੇ ਉਹਨੂੰ ਮਿਲੋ, ਆਪਣੇ ਨੂੰ ਤਹਿਸੀਲਦਾਰ ਸਾਹਿਬ ਨਾਲ। ਤਹਿਸੀਲਦਾਰ ਸਾਹਿਬ ਦੇ ਮੈਨੂੰ ਬੜੇ ਫੋਨ ਆਏ ਵੀ ਮੈਂ ਤੁਹਾਨੂੰ ਮਿਲਣਾ ਚਾਹਣਾ, WhatsApp ਕਾਲ। ਕਿਉਂ? ਕਿਉਂਕਿ ਉਹਨਾਂ ਦਾ ਇੱਕ ਟ੍ਰੈਪਿੰਗ ਦਾ ਜਰੀਆ ਸੀ ਵੀ ਇਹਨੂੰ ਅਸੀਂ ਫਸਾ ਦਿਆਂਗੇ। ਇਹ ਉਹਨਾਂ ਨੂੰ ਕਹੇਗਾ ਵੀ ਮੈਂ OSD ਹਾਂ, ਤੇ ਉਹ ਕਹਿਣਗੇ ਵੀ ਪੈਸੇ ਦੇ ਲੈਣ ਦੇਣ ਦੇ ਵਿੱਚ ਅਸੀਂ OSD ਜਿਹੜਾ ਡੁਪਲੀਕੇਟ OSD ਕਾਬੂ ਕਰਕੇ ਪੁਲਿਸ ਦੇ ਹਵਾਲੇ। ਮੈਨੂੰ ਇੱਕ ਹੋਰ ਗੱਲ ਦੱਸੋ, ਇਸ ਵਾਲੇ ਪਾਸੇ ਵੀ ਮੈਂ ਦੁਬਾਰਾ ਆਉਂਗਾ। ਤਾਂ ਜਿਹੜੀ ਤੁਸੀਂ ਐਂਟੀ ਕਰਪਸ਼ਨ ਨੰਬਰ ਦੇ ਉੱਪਰ ਤੁਸੀਂ ਇਹ ਜਿਹੜੀ ਆਡੀਓ ਆਪਣੀ ਪਾ ਦਿੱਤੀ ਮੰਤਰੀ ਦੇ ਖਿਲਾਫ, ਉਹ ਤੋਂ ਫਿਰ ਤੁਹਾਨੂੰ ਕੀ ਰਿਸਪੌਂਸ ਆਇਆ? ਕਿ ਉਹਨਾਂ ਨੇ ਉਹਦੇ ਤੇ ਕੋਈ ਕਾਰਵਾਈ ਕੀਤੀ ਐਂਟੀ ਕਰਪਸ਼ਨ ਨੰਬਰ ਨੇ? ਨਹੀਂ, ਅਜੇ ਤੱਕ ਤਾਂ ਨਹੀਂ। ਤੇ ਉਹ ਜਿਹੜੇ ਦਿਨ ਹੋ ਗਏ, ਉਹ ਤੁਹਾਨੂੰ ਕੱਲ ਹੀ ਪਾਈ ਹੈ। ਅੱਛਾ, ਕੱਲ ਹੀ ਪਾਈ ਹੈ, ਹਾਲੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਉਹਦਾ? ਯਾਨੀ ਤੁਸੀਂ ਪ੍ਰੋਪਰ ਦੱਸਿਆ ਕਿ ਮੰਤਰੀ ਦੇ ਨਾਲ ਆਡੀਓ ਹੈ ਤੇ ਇਸ ਸੰਬੰਧ ਦੇ ਵਿੱਚ ਪੂਰੀ ਆਡੀਓ ਹੈ? ਬਿਲਕੁਲ ਜੀ, ਬਿਲਕੁਲ ਪ੍ਰੋਪਰ ਦੱਸਿਆ। ਤੇ ਉਸ ਤੋਂ ਬਾਅਦ ਕੋਈ ਪਾਰਟੀ ਪੱਧਰ ਤੇ ਕੋਈ ਜ਼ਿਲ੍ਹਾ ਪ੍ਰਧਾਨ, ਕੋਈ ਸੂਬਾ ਪ੍ਰਧਾਨ, ਕੋਈ ਮੁੱਖ ਮੰਤਰੀ, ਕੋਈ ਮੰਤਰੀ? ਬਾਕੀ ਸਾਰਿਆਂ ਨੂੰ ਮੈਂ ਆਡੀਓ ਸਭ ਨੂੰ ਭੇਜੀ ਹੈ। ਕਿਸੇ ਨਾਲ ਗੱਲਬਾਤ ਹੋਈ ਹੋਵੇ? ਹਾਂ, ਗੱਲਬਾਤ ਹੋਈ ਹੈ। ਇਕਬਾਲ ਸਿੰਘ ਢਿੱਲੋਂ ਨੇ, ਸਾਡੇ ਡਿਸਟ੍ਰਿਕਟ ਦੇ ਜੁਆਇੰਟ ਸੈਕਟਰੀ। ਅੱਛਾ। ਚੰਦ ਸਿੰਘ ਗਿੱਲ ਜੀ, ਉਹਨਾਂ ਨਾਲ ਮੇਰੀ ਗੱਲ ਨਹੀਂ ਹੋ ਸਕੀ। ਹਾਂ। ਸ਼ਮਿੰਦਰ ਖਿੰਡਾ ਜੀ, ਉਹਨਾਂ ਨਾਲ ਗੱਲ ਹੋਈ ਸੀ। ਸਟੇਟ ਲੈਵਲ ਦੀ ਲੀਡਰਸ਼ਿਪ ਦੇ ਨਾਲ ਤੁਹਾਡੀ ਗੱਲਬਾਤ ਹੋਈ? ਕਿਸੇ ਮੰਤਰੀ, ਕਿਸੇ MLA, ਕਿਸੇ ਸੈਕਟਰੀ ਦੇ ਨਾਲ? ਨਹੀਂ, ਨੋ ਹਾਲੇ ਤੱਕ। ਤੇ ਫਿਰ ਜਿਨ੍ਹਾਂ ਨਾਲ ਗੱਲਬਾਤ ਹੋਈ ਉਹ ਕੀ ਕਹਿੰਦੇ? ਉਹ ਤੁਹਾਡੇ ਨਾਲ ਖੜੇ ਇਸ ਵਕਤ, ਜਾਂ ਫਿਰ ਉਹ ਵੀ ਮੰਤਰੀ ਦੇ ਨਾਲ ਨੇ? ਬਿਲਕੁਲ, ਕੁਝ ਜ਼ਿਲ੍ਹਾ ਪ੍ਰਧਾਨ ਵੀ ਮੇਰੇ ਨਾਲ ਖੜੇ ਨੇ, ਸਰਕਲ ਇੰਚਾਰਜ ਖੜੇ ਨੇ, ਵਲੰਟੀਅਰ ਖੜੇ ਨੇ, ਬਲਾਕ ਪ੍ਰਧਾਨ ਖੜੇ ਨੇ। ਓਕੇ, ਯਾਨੀ ਉਹ ਜਿਹੜੇ ਸਾਰੇ ਹੈਗੇ ਆ ਉਹ ਤੁਹਾਡੇ ਨਾਲ ਨੇ ਇਸ ਵਕਤ। ਤੇ ਹੁਣ ਕੀ ਅੱਗੇ ਕਾਰਵਾਈ ਕਰ ਰਹੇ ਹੋ ਤੁਸੀਂ? ਕੀ ਕਾਰਵਾਈ ਕਰ ਰਹੇ ਹੋ? ਇੱਕ ਮੈਂ ਹੋਰ ਗੱਲ ਜਾਣਨਾ ਚਾਹੂੰਗਾ। ਤੁਸੀਂ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਸੀਗੀ, ਤੁਸੀਂ ਤਾਂ ਫਿਰ ਕਰੀਬੀ ਸੀ, ਤੁਹਾਨੂੰ ਮੰਤਰੀ ਸਾਹਿਬ ਦੇ ਵੱਲੋਂ ਫਸਾਉਣ ਦੀ ਕੋਸ਼ਿਸ਼ ਕਿਉਂ ਸੀ? ਜਦੋਂ ਕੋਈ ਬੰਦਾ ਇਮਾਨਦਾਰ ਹੋਵੇ ਤੇ ਪਤਾ ਹੋਵੇ ਵੀ ਇਹਦੇ ਤੋਂ ਮੈਨੂੰ ਖਤਰਾ ਹੈ, ਤੇ ਲਗਾਤਾਰ ਮੈਂ ਨਿਗਾਹ ਰੱਖ ਰਿਹਾ ਸੀ। ਉਹਨਾਂ ਨੂੰ ਸ਼ੱਕ ਸੀ ਵੀ ਸਾਡੇ ਤੇ ਧਿਆਨ ਰੱਖਦਾ ਹੈ, ਕਿਉਂਕਿ ਦਫ਼ਤਰ ਦੇ ਵਿੱਚ ਮੈਂ ਜਾਂਦਾ ਸੀ, ਦਫ਼ਤਰ 'ਚ ਹਾਜ਼ਰੀ ਲਾਉਂਦਾ ਸੀ। ਉਹਨਾਂ ਦੀ ਬੇਟੀ ਉੱਥੇ ਬੈਠਦੀ ਹੈ ਦਫ਼ਤਰ ਦੇ ਵਿੱਚ, ਫੌਜਾ ਸਿੰਘ ਸਰਾਰੀ ਦੀ ਜੀ। ਅੱਛਾ। ਜਿਨ੍ਹਾਂ ਕੋਲੇ ਕੋਈ ਸੰਵਿਧਾਨਕ ਅਹੁਦਾ ਨਹੀਂ, ਜਿਨ੍ਹਾਂ ਨੂੰ 5 ਗਨਮੈਨ ਦਿੱਤੇ ਹੋਏ ਨੇ, ਜਿਹੜੇ ਸਾਡੇ ਅਸੀਂ ਜਦੋਂ ਪਿੰਡਾਂ ਦੇ ਵਿੱਚ ਭਗਵੰਤ ਮਾਨ ਜੀ ਨੇ ਤਾਂ ਇਹ ਗੱਲ ਕਹੀ ਹੈ ਕਿ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਾਰੇ ਕਾਸੇ ਤੋਂ ਦੂਰ ਰੱਖਣਾ, ਤਾਂ ਫਿਰ ਗਨਮੈਨ ਦਿੱਤੇ ਹੋਏ ਨੇ ਨਾ ਜੀ। ਅੱਛਾ। SSP, DSP, IG, ਕਮਿਸ਼ਨਰ, ਸਾਰਿਆਂ ਨੂੰ ਫੋਨ ਕਰਕੇ ਹੈਂਡਲ ਕਰਦੀ ਹੈ। ਅੱਛਾ।
ਤੇ ਤੁਸੀਂ ਪਾਰਟੀ ਪੱਧਰ ਤੇ ਇਹਦੀ ਵੀ ਗੱਲ ਚੁੱਕੀ ਜਾਂ ਨਹੀਂ ਚੁੱਕੀ? ਬਿਲਕੁਲ ਚੁੱਕੀ ਹੈ। ਅੱਛਾ, ਮੈਨੂੰ ਇੱਕ ਹੋਰ ਗੱਲ ਦੱਸੋ, ਇਹ ਸਿਰਫ ਇਹ ਜਿਹੜੀ ਤੁਸੀਂ ਆਡੀਓ ਵਾਇਰਲ ਹੋਈ ਹੈ, ਇਹ ਕਰਪਸ਼ਨ ਦਾ ਪਹਿਲਾ ਮਾਮਲਾ ਜਾਂ ਇਸ ਤੋਂ ਪਹਿਲਾਂ ਵੀ ਕੋਈ ਮੰਤਰੀ ਸਾਹਿਬ ਦੇ ਵੱਲੋਂ ਇਹੋ ਜਿਹੀਆਂ ਗੱਲਾਂ ਬਾਤਾਂ ਚੱਲਦੀਆਂ ਨੇ? ਨਹੀਂ, ਚੱਲ ਤਾਂ ਰਿਹਾ, ਤੇ ਸਬੂਤ ਤੁਹਾਨੂੰ ਪਤਾ ਇਕੱਠੇ ਕਰਨੇ ਬਹੁਤ ਔਖੇ ਹੁੰਦੇ ਨੇ ਜੇ ਕੰਮਾਂ ਦੇ। ਇਸੇ ਕਰਕੇ ਹੀ ਜਿਹੜਾ ਮੈਂ ਲਗਾਤਾਰ ਵਿੱਚ ਬੈਠਾ ਹੋਇਆ ਸੀ, ਹਾਲਾਂਕਿ ਸਾਨੂੰ ਕੱਢਣ ਦੀ ਪੂਰੀ ਕੋਸ਼ਿਸ਼ ਸੀ, ਪਰ ਅਸੀਂ ਕਹਿ ਸਕਦੇ ਵੀ ਸ਼ਰਮੀ ਦੇ ਤੌਰ ਤੇ ਅਸੀਂ ਵਿੱਚ ਬੈਠੇ ਰਹੇ, ਕਿਉਂਕਿ ਅਸੀਂ ਕੁਝ ਵਿੱਚੋਂ ਲੱਭਣਾ ਚਾਹੁੰਦੇ ਸੀ। ਓਕੇ, ਤੇ ਹੁਣ ਤੁਹਾਡਾ ਕੀ ਐਕਸ਼ਨ ਹੈਗਾ? ਮੰਤਰੀ ਸਾਹਿਬ ਤਾਂ ਤੁਹਾਡੇ ਤੇ ਇਲਜ਼ਾਮ ਜਿਹੜੇ ਉਹ ਲਾਈ ਜਾ ਰਹੇ ਆ, ਉਹ ਕਹਿੰਦੇ ਕਿ ਇਹਨਾਂ ਨੇ ਆਪਣੇ ਭਤੀਜੇ ਦੇ ਉੱਪਰ ਪਰਚਾ ਦਰਜ ਹੋਣ ਤੋਂ ਬਾਅਦ ਇਹ ਕੁਝ ਕੀਤਾ ਹੈ, ਤੇ ਤੁਸੀਂ ਵੀ ਕੱਲ ਹੀ ਕਿਉਂ ਵਾਇਰਲ ਕੀਤੀ? ਇਸ ਤੋਂ ਪਹਿਲਾਂ ਇਹ ਵਾਕਿਆ ਹੈ ਕਦੋਂ ਦਾ? ਇਹ ਦੇਖੋ, ਜਦੋਂ ਮੈਨੂੰ ਸ਼ੱਕ ਹੋ ਗਿਆ ਵੀ ਇਹ ਫਸਾਂਗੇ, ਜਦੋਂ ਭਤੀਜੇ ਤੇ ਕਾਰਵਾਈ ਹੋ ਗਈ, ਕਨਫਰਮ ਹੋ ਗਿਆ ਵੀ ਵਾਕਿਆ ਹੀ ਇਹ ਜਿਹੜਾ ਨਾ ਇਹਨਾਂ ਨੇ ਐਕਸ਼ਨ ਲੈਣਾ ਹੀ ਲੈਣਾ ਹੈ, ਮੇਰੇ ਖਿਲਾਫ ਇਹਨਾਂ ਨੂੰ ਕੁਝ ਨਹੀਂ ਲੱਭਿਆ, ਇਹਨਾਂ ਨੇ ਇੱਕ ਫਲੈਗ, ਜਿਹੜਾ ਫਲੈਗ ਲਾਣਾ ਕਿਸੇ ਦਾ, ਅਸੀਂ ਭਾਰਤ ਚ ਰਹੇ ਨੇ, ਪਾਕਿਸਤਾਨ ਚ ਤਾਂ ਨਹੀਂ, ਉਹਦੇ ਤੇ 500 ਰੁਪਇਆ ਜੁਰਮਾਨਾ ਹੈ। ਜੇ ਉਹਨੇ ਬੱਚੇ ਨੇ ਗਲਤੀ ਕਰ ਲਈ, ਹੂਟਰ ਦੀ ਗੱਲ, ਕਦੇ ਹੂਟਰ ਨਹੀਂ ਵਜਾਇਆ ਉਸ ਬੰਦੇ ਨੇ, ਚਲਾਨ ਕਰ ਸਕਦੇ ਸੀ, FIR ਕਰ ਸਕਦੇ ਸੀ, ਪਰ ਉਹਨਾਂ ਨੇ ਬਿਠਾ ਕੇ ਜਲੀਲ ਕੀਤਾ, 7 ਘੰਟੇ 6-7 ਘੰਟੇ ਬਿਠਾ ਕੇ ਜਲੀਲ ਕੀਤਾ। ਚਲੋ, ਜੇ ਇਹ ਗੱਲਬਾਤ ਕੱਲ ਨਾ ਹੁੰਦੀ, ਜੇ ਇਹ ਗੱਲਬਾਤ ਨਾ ਹੁੰਦੀ, ਤਾਂ ਫਿਰ ਤੁਸੀਂ ਇਹ ਆਡੀਓ ਕਦੋਂ ਵਾਇਰਲ ਕਰਨੀ ਸੀ, ਜਾਂ ਕਦੋਂ ਇਹਦੇ ਤੇ ਕਾਰਵਾਈ ਕਰਾਉਣੀ? ਹੋਰ ਸਬੂਤ ਇਕੱਠੇ ਕਰਕੇ। ਹੁਣ ਤੁਹਾਡੇ ਕੋਲੇ ਆਡੀਓ ਤੋਂ ਇਲਾਵਾ ਕੋਈ ਸਬੂਤ ਹੈ? ਹਾਂ, ਬਿਲਕੁਲ। ਕੀ ਸਬੂਤ ਹੈਗੇ ਤੁਹਾਡੇ ਕੋਲੇ ਹੋਰ? ਉਹ ਤੁਹਾਡੇ ਆਉਣ ਵਾਲੇ ਦਿਨਾਂ 'ਚ ਸਾਹਮਣੇ ਕਰ ਦਿਆਂਗੇ। ਤਾਂ ਤੁਸੀਂ ਮੰਤਰੀ ਸਾਹਿਬ ਤੇ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪਾਰਟੀ ਤੋਂ ਕੀ ਮੰਗ ਕਰ ਰਹੇ ਹੋ ਕਿ ਵਾਕਈ ਜਿਵੇਂ ਤੁਸੀਂ ਆਡੀਓ ਵਾਇਰਲ ਕੀਤੀ ਹੈ, ਤੁਹਾਡੇ ਕੋਲੇ ਹੋਰ ਵੀ ਸਬੂਤ ਹੈਗੇ ਆ ਕਿ ਜਿਵੇਂ ਮੰਤਰੀ ਸਿੰਗਲਾ ਦੇ ਉੱਪਰ ਕਾਰਵਾਈ ਹੋਈ ਹੈ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਇਸ ਮੰਤਰੀ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ? ਕਿਉਂਕਿ ਪਾਰਟੀ ਦੇ ਵਿੱਚ ਵੀ ਤੁਸੀਂ ਉਹਨਾਂ ਤੋਂ ਪਹਿਲਾਂ ਦੇ ਜੁੜੇ ਹੋਏ ਹੋ, ਤੁਹਾਡੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਨੇ, ਤੁਹਾਡੇ ਨਾਲ ਸਰਕਲ ਪ੍ਰਧਾਨ ਵੀ ਨੇ, ਤੁਹਾਡੇ ਨਾਲ ਪਾਰਟੀ ਦੀ ਲੀਡਰਸ਼ਿਪ ਹੈ, ਤਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਮੰਤਰੀ ਦੇ ਉੱਪਰ ਕਾਰਵਾਈ ਹੋਵੇ? ਜਦੋਂ ਸਾਡਾ ਮੁੱਖ ਉਦੇਸ਼ ਕਰਪਸ਼ਨ ਮੁਕਤ, ਤਾਂ ਫਿਰ ਕਰਪਸ਼ਨ ਕਿਉਂ? ਸਾਨੂੰ ਕੇਜਰੀਵਾਲ ਸਾਹਿਬ ਤੇ ਪੂਰਾ ਮਾਣ ਹੈ, ਸਾਨੂੰ ਭਗਵੰਤ ਮਾਨ ਸਾਹਿਬ ਤੇ ਪੂਰਾ ਮਾਣ ਹੈ, ਸਾਨੂੰ ਪੂਰਾ ਯਕੀਨ ਹੈ ਉਹਨਾਂ ਨੇ ਜਿਹੜੇ ਵੀ ਸ਼ਬਦ ਕਹਿ ਉਹ ਪੂਰੇ ਕੀਤੇ, ਤੇ ਪਾਰਟੀ ਤੇ ਵੀ ਪੂਰੀ ਉਮੀਦ ਹੈ। ਪਰ ਜਿਹੜੇ ਪਾਰਟੀ ਦੇ ਵਿੱਚ ਜਿਹੜੇ ਨਕਾਬ ਪਾ ਕੇ ਇਮਾਨਦਾਰੀ ਦਾ ਵਿੱਚ ਵੜੇ ਹੋਏ ਨੇ, ਉਹਨਾਂ ਨੂੰ ਬਾਹਰ ਕਰਨਾ ਹਰੇਕ ਵਲੰਟੀਅਰ ਦਾ, ਹਰੇਕ ਦੇਸ਼ ਭਗਤ ਦਾ ਫਰਜ਼ ਬਣਦਾ ਹੈ, ਚਾਹੇ ਉਹ ਜਿੰਦਾ ਰਵੇ ਭਾਵੇਂ ਨਾ ਰਵੇ। ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਹੈ? ਬਰਖਾਸਤ ਹੋਣੇ ਚਾਹੀਦੇ ਆ, ਪਾਰਟੀ ਚੋਂ ਬਾਹਰ ਕੱਢਣੇ ਚਾਹੀਦੇ ਆ, ਪਰਚਾ ਦਰਜ ਹੋਣਾ ਚਾਹੀਦਾ, ਜਾਂ ਕੀ ਹੋਣਾ ਚਾਹੀਦਾ? ਬਿਲਕੁਲ, ਪਾਰਟੀ ਜੋ ਜਾਇਜ਼ ਫੈਸਲਾ ਲੈਗੀ। ਇੱਕ ਤਾਂ ਜਿਹੜੇ ਉਹਨਾਂ ਨੇ ਦਲਾਲ ਰੱਖੇ ਹੋਏ ਨੇ ਨਾਲ, ਬੇਅੰਤ ਭੁੱਲਰ, ਜਿਹੜਾ ਫਰਾਡਾਂ ਦਾ ਮਾਰ, ਜਿੰਦੇ ਕੋਲੇ ਤੁਹਾਨੂੰ ਲੋਕਾਂ ਦੇ ਮੇਰੇ ਖਿਆਲ ਦੇ ਪਤਾ ਨਹੀਂ ਕਿੰਨੇ ਕੁ ਚੈੱਕ ਬਾਉਂਸ ਦੇ ਕੇਸ ਨੇ। ਇੱਕ ਰੁਪਿੰਦਰ ਭੁੱਲਰ, ਇੱਕ ਹੋਰ ਫਿਰੋਜ਼ਪੁਰ ਤੋਂ ਹੈ, 3-4 ਜਿਹੜੇ ਦਲਾਲ ਹੀ ਰੱਖੇ ਹੋਏ ਨੇ ਨਾਲ। ਮੈਂ ਜਾਣਨਾ ਚਾਹਣਾ ਉਹ ਕਿਉਂ ਰੱਖੇ ਹੋਏ ਨੇ, ਜਿਨ੍ਹਾਂ ਦੇ ਚੈੱਕ ਬਾਉਂਸ ਦੇ ਕੇਸ ਨੇ। ਨਕਲੀ DSP ਬਣਿਆ ਰਿਹਾ ਜਿਹੜਾ ਆਪਣਾ ਬੇਅੰਤ ਭੁੱਲਰ। ਫਿਰ ਇਹੋ ਜਿਹੇ ਬੰਦੇ, ਜੇ ਏਡੀ ਛਵੀ ਸਾਫ਼ ਹੈ, ਤੇ ਇਹੋ ਜਿਹੇ ਬੰਦੇ ਰੱਖਣ ਦੀ ਕੀ ਲੋੜ ਹੈ? ਫਿਰ ਸਾਡੇ ਵਰਗੇ ਜਾਂ ਸਾਡੇ ਵਰਗੇ ਵਲੰਟੀਅਰ ਕਿਉਂ ਨਹੀਂ? ਕਿਤੇ ਇਹੀ ਤਾਂ ਨਹੀਂ ਵਜ੍ਹਾ ਹੈਗੀ ਤਰਸੇਮ ਲਾਲ ਜੀ, ਮੈਂ ਮਾਫ ਕਰਨਾ ਤੁਹਾਨੂੰ ਪੁੱਛ ਰਿਹਾ, ਕਿਤੇ ਇਹੀ ਵਜ੍ਹਾ ਤਾਂ ਨਹੀਂ ਹੈਗੀ ਉਹ ਦੂਜਿਆਂ ਨੂੰ ਕਰੀਬੀ ਲਾਇਆ ਹੋਇਆ? ਤੁਸੀਂ ਵੀ ਵੈਸੇ ਤਾਂ ਕਰੀਬੀ ਹੋ, ਕਿ ਦੂਜੇ ਕਿਉਂ ਨੇੜੇ ਲੱਗ ਗਏ? ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਕਹਿੰਦਾ ਜਾਂਚ ਕਰਾਓ ਤੁਸੀਂ ਉਹਨਾਂ ਦੇ, ਜੇ ਨਾ ਚੈੱਕ ਬਾਉਂਸ ਦੇ ਕੇਸ ਹੋਣ। ਹੁਣ ਤੁਸੀਂ ਮੈਂ ਦੁਬਾਰਾ ਫਿਰ ਪੁੱਛਣਾ ਚਾਹੂੰਗਾ, ਤੁਸੀਂ ਕੀ ਮੰਗ ਕਰਦੇ ਹੋ ਔਰ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਕਿਹੜੇ ਲੋਕਾਂ ਨੂੰ ਤੁਸੀਂ ਨਾਲ ਲੈ ਕੇ ਅੱਗੇ ਸੰਘਰਸ਼ ਇਹਦੇ ਮਾਮਲੇ ਦੇ ਵਿੱਚ ਵਿੱਢ ਰਹੇ ਹੋ? ਕਰਪਸ਼ਨ ਮੁਕਤ ਪੰਜਾਬ, ਕਰਪਸ਼ਨ ਮੁਕਤ ਆਮ ਆਦਮੀ ਪਾਰਟੀ, ਤੇ ਚਾਹੇ ਵਲੰਟੀਅਰ ਨੇ ਉਹਨਾਂ ਦੀ ਜਿਹੜੀ ਇਹ ਜ਼ਿੰਮੇਵਾਰੀ ਵਧਾਈ ਜਾਵੇ, ਜਿਨ੍ਹਾਂ ਨੇ ਖੂਨ ਪਸੀਨਾ ਤੇ ਰੀਚੀ ਇਹ ਪਾਰਟੀ, ਉਹਨਾਂ ਨੂੰ ਅੱਗੇ ਲਾਇਆ ਜਾਵੇ, ਤੇ ਇਮਾਨਦਾਰ ਬੰਦੇ ਲਿਆਂਦੇ ਜਾਣ।
ਮੈਂ ਇੱਕ ਹੋਰ ਗੱਲਬਾਤ ਪੁੱਛਣੀ ਚਾਹੂੰਗਾ ਕਿ ਮੈਂ ਤੁਹਾਡੀਆਂ ਜਦੋਂ ਮੈਂ ਤੁਹਾਡੇ ਬਾਰੇ ਸਰਚ ਕਰ ਰਿਹਾ ਸੀ, ਤੁਹਾਡੀ ਆਈਡੀ ਸਰਚ ਕਰ ਰਿਹਾ ਸੀ, ਤੁਹਾਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਕੁਝ ਤੁਹਾਡੀਆਂ ਵੀਡੀਓਜ਼ ਮੈਨੂੰ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ ਤੁਸੀਂ ਕਿਹਾ ਕਿ ਮੈਨੂੰ ਜਾਨ ਨੂੰ ਖਤਰਾ ਹੈ, ਮੇਰੇ ਤੇ ਪਰਚਾ ਦਰਜ ਕਰਾਇਆ ਜਾ ਸਕਦਾ। ਉਹ ਵੀਡੀਓ ਤੁਹਾਡੀਆਂ ਕਦੋਂ ਦੀਆਂ ਨੇ ਤੇ ਕਦੋਂ ਤੁਹਾਨੂੰ ਲੱਗਿਆ ਕਿ ਮੈਨੂੰ ਜਾਨ ਤੋਂ ਖਤਰਾ, ਜਾਂ ਕਿਉਂ ਲੱਗਿਆ? ਇਹ ਮੈਂ ਅੱਜ ਸਵੇਰ ਅਪਲੋਡ ਕੀਤੀਆਂ ਨੇ, ਕਿਉਂਕਿ ਕੱਲ ਦਾ ਜੋ ਘਟਨਾਕ੍ਰਮ ਬਣਿਆ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਪ੍ਰੈਸ਼ਰ ਸੀ, ਕੱਲ ਦੇ ਉਹਨਾਂ ਨੇ ਹਾਲਾਤ ਅਸੀਂ ਵੇਖੇ ਤਾਂ ਮੈਨੂੰ ਲੱਗਾ ਵੀ ਹੋ ਸਕਦਾ ਮੈਨੂੰ ਕਿਸੇ ਝੂਠਾ ਕੇਸ ਪਾ ਕੇ, ਕਿਉਂਕਿ ਇਹ ਪ੍ਰਾਣੀਆਂ ਦੇ ਮੁਤਾਬਕ ਹੀ, ਕਿਉਂਕਿ ਪੁਲਿਸ ਮੁਲਾਜ਼ਮ ਹੈ, ਇਹ ਸਾਰੇ ਪਿਛਲੇ ਜਿਹੜੇ ਨੇ ਸਿਸਟਮ ਆਉਂਦੇ ਨੇ, ਤੇ ਇਹਨੂੰ ਲੱਗਾ ਵੀ ਹੋ ਸਕਦਾ ਮੈਨੂੰ ਫਸਾਵੇ ਜਾਂ ਮੈਨੂੰ ਮਰਵਾਵੇ। ਜੀ ਮਤਲਬ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਦੇ ਕਾਰਨ ਤਰਸੇਮ ਲਾਲ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ? ਬਿਲਕੁਲ ਜੀ, ਬਿਲਕੁਲ। ਤਾਂ ਹੁਣ ਅੱਗੇ ਤੁਸੀਂ ਜਿਹੜਾ ਇਹਦੇ ਖਿਲਾਫ ਐਕਸ਼ਨ ਕਰ ਰਹੇ ਹੋ, ਤੁਸੀਂ ਤੁਹਾਡੇ ਨਾਲ ਪਾਰਟੀ ਦੇ ਚਲੋ ਚੱਲਣਗੇ, ਮੈਂ ਕਹਿਣਾ ਕਿ ਤੁਸੀਂ ਜੋ ਵੀ ਕਰੋਗੇ ਅੱਗੇ ਵੀ ਤੁਹਾਡੀ ਜਾਣਕਾਰੀ ਜਿਹੜੀ ਅਸੀਂ ਲੈਂਦੇ ਰਵਾਂਗੇ ਕਿ ਇਸ ਮਾਮਲੇ ਤੇ ਕੀ ਕਰਦੇ ਹੋ, ਔਰ ਤੁਹਾਨੂੰ ਵੀ ਅਗਰ ਕੋਈ ਕਿਸੇ ਤਰੀਕੇ ਦੀ ਮਦਦ ਦੀ ਜਿਹੜੀ ਲੋੜ ਹੋਵੇ, ਤੁਸੀਂ ਸਾਡੇ ਚੈਨਲ ਦੇ ਨਾਲ, ਸਾਡੀ ਟੀਮ ਦੇ ਨਾਲ ਜਦੋਂ ਵੀ ਚਾਹੋ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਹੋ, ਕਿਉਂਕਿ ਅਸੀਂ ਸਮਝਦੇ ਹਾਂ ਜਦੋਂ ਕੋਈ ਤਾਕਤਵਰ ਬੰਦੇ ਦੇ ਖਿਲਾਫ ਲੜਾਈ ਲੜਨੀ ਹੋਵੇ ਤਾਂ ਬਹੁਤ ਔਕੜਾਂ ਆਉਂਦੀਆਂ ਨੇ। ਤਾਂ ਸਾਡਾ ਚੈਨਲ ਜਿਹੜਾ, ਜੇ ਤੁਸੀਂ ਬਿਲਕੁਲ ਵਾਕਈ ਸਹੀ ਹੋ ਤਾਂ ਸਾਡਾ ਚੈਨਲ ਜਿਹੜਾ ਤੁਹਾਡੇ ਨਾਲ ਖੜੇਗਾ। ਜਦੋਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹੋਵਾਂਗੇ। ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਮਾਣ ਕਰਨਗੀਆਂ, ਜਾਂ ਮੈਂ, ਜਾਂ ਸਰਦਾਰ ਫੌਜਾ ਸਿੰਘ, ਤੇ ਜਾਂ ਭਗਵਾਨ ਉੱਤੇ ਜਿਹੜਾ ਨੀਲੀ ਛੱਤ ਵਾਲਾ ਹੈ। ਨਹੀਂ, ਸਰਕਾਰ ਤੋਂ ਤੁਹਾਨੂੰ ਉਮੀਦ ਹੈਗੀ ਆ? ਸਰਕਾਰ ਤੋਂ ਉਮੀਦ ਹੈਗੀ ਆ ਕਿ ਵਾਕਈ ਤੁਹਾਡੇ ਮੁੱਖ ਮੰਤਰੀ, ਤੁਹਾਡੇ ਅਰਵਿੰਦ ਕੇਜਰੀਵਾਲ ਜਿਹੜੇ ਆ, ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਕਰਨਗੇ, ਔਰ ਜਿਸ ਤਰੀਕੇ ਨਾਲ ਸਿੰਗਲਾ ਹੋਰਾਂ ਦੇ ਉੱਪਰ ਕਾਰਵਾਈ ਹੋਈ ਉਸੇ ਤਰੀਕੇ ਦੇ ਨਾਲ ਕਾਰਵਾਈ ਹੋਊਗੀ? ਤੇ ਜੇ ਨਹੀਂ ਹੁੰਦੀ ਫਿਰ ਤੁਹਾਡਾ ਕੀ ਐਕਸ਼ਨ ਰਹੂਗਾ? ਜਦ ਤੱਕ ਜਾਣ ਹੈ ਉਹ ਤਦ ਤੱਕ ਲੜਾਂਗੇ। ਨਹੀਂ, ਪਾਰਟੀ ਤੱਕ ਫਿਰ ਦੱਸੋਗੇ ਤਾਂ ਸਹੀ, ਤੁਸੀਂ ਪੁਰਾਣੇ ਹੋ, ਤੁਹਾਡੇ ਨਾਲ ਲੀਡਰਸ਼ਿਪ ਜ਼ਿਲ੍ਹੇ ਦੀ ਮੌਜੂਦ ਹੈ, ਜੇ ਉਹ ਬਾਕੀ ਤੁਸੀਂ ਸਹੀ ਹੋ ਤਾਂ ਫਿਰ ਤਾਂ ਕਾਰਵਾਈ ਕਰਨੀ ਚਾਹੀਦੀ ਹੈ, ਤੇ ਜੇ ਨਹੀਂ ਕਾਰਵਾਈ ਕਰਦੇ ਤਾਂ ਫਿਰ ਤੁਹਾਡੀ ਪੂਰੀ ਲੀਡਰਸ਼ਿਪ ਦਾ ਕੀ ਜਿਹੜਾ ਜ਼ਿਲ੍ਹੇ ਵਾਲੀ ਦਾ ਹੋਊਗਾ ਸਟੈਂਡ? ਉਸ ਤੋਂ ਬਾਅਦ ਲੀਡਰਸ਼ਿਪ ਨਾਲ ਵੀ ਗੱਲਬਾਤ ਕਰਕੇ ਜੇ ਉਹ ਸਹਿਯੋਗ ਦੇਣਗੇ ਠੀਕ ਹੈ, ਨਹੀਂ ਤਾਂ ਲੜਾਈ ਜਿਹੜੀ ਹੈ ਬੰਦਾ ਤਾਂ ਇਕੱਲਾ ਹੀ ਲੜਦਾ ਹੈ, ਜਿੱਤਦਾ ਵੀ ਹੈ ਹਾਰਦਾ ਵੀ ਹੈ। ਬਿਲਕੁਲ ਬਿਲਕੁਲ। ਤਾਂ ਅਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਸ ਲੜਾਈ ਦੇ ਵਿੱਚ, ਤੁਹਾਡੀ ਦੇ ਵਿੱਚ ਅਸੀਂ ਬਿਲਕੁਲ ਤੁਹਾਡੇ ਨਾਲ ਹੋਵਾਂਗੇ। ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ। ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਲਈ ਜੁੜੇ, ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤਰਸੇਮ ਲਾਲ ਜੀ। ਠੀਕ ਹੈ ਸਰ, ਧੰਨਵਾਦ। ਤਾਂ ਇਹ ਸਨ ਤਰਸੇਮ ਲਾਲ ਕਪੂਰ ਜੀ, ਜਿਨ੍ਹਾਂ ਦੇ ਨਾਲ ਮੰਤਰੀ ਦੀ ਜਿਹੜੀ ਆਡੀਓ ਵਾਇਰਲ ਹੋਈ ਸੀਗੀ। ਤਾਂ ਉਸ ਪੂਰੀ ਆਡੀਓ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਤਰਸੇਮ ਲਾਲ ਜੀ ਨੇ ਦਿੱਤੀ ਹੈ, ਔਰ ਉਮੀਦ ਕਰਦੇ ਹਾਂ ਕਿ ਸਾਡੀ ਇਹ ਗੱਲਬਾਤ ਜਿਹੜੀ ਆ ਤਰਸੇਮ ਲਾਲ ਹੋਰਾਂ ਨਾਲ ਜ਼ਰੂਰ ਤੁਹਾਨੂੰ ਪਸੰਦ ਆਈ ਹੋਊਗੀ। ਔਰ ਤੁਸੀਂ ਕੀ ਸੋਚਦੇ ਹੋ ਇਸ ਪੂਰੀ ਇੰਟਰਵਿਊ ਬਾਰੇ, ਇਸ ਪੂਰੇ ਮਾਮਲੇ ਬਾਰੇ, ਉਹ ਵੀ ਤੁਸੀਂ ਆਪਣੀ ਕਮੈਂਟ ਕਰਕੇ ਜਿਹੜਾ ਸਾਨੂੰ ਦੱਸ ਸਕਦੇ ਹੋ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਧੰਨਵਾਦ।